ਹਾਂਜੀ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਪੰਜਾਬ ਐਗਜ਼ਾਮ ਟਾਈਮ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਹਾਂਜੀ, ਕੱਲ੍ਹ ਦਾ ਆਪਣਾ ਵਿਸ਼ਾ ਸੀ ਜੀ ਪੰਜਾਬੀ ਵਿਆਕਰਨ ਦੇ ਭਾਗ ਪਹਿਲਾ ਵਰਨ ਬੋਧ, ਜਿਹਨੂੰ ਬੋਲਦੇ ਨੇ ਵਰਨ ਬੋਧ, ਧੁਨੀ ਬੋਧ ਜਾਂ ਅੱਖਰ ਬੋਧ ਦੀ ਗੱਲ ਕਰ ਰਹੇ ਸੀ। ਹਾਂਜੀ, ਉਹਦੇ ਵਿੱਚ ਮੈਂ ਤੁਹਾਨੂੰ ਕੱਲ ਗੱਲ ਕੀ ਸੀ, ਮੈਂ ਟੇਬਲ ਬਣਾਊਂਗਾ ਤਾਂ ਚਲੋ ਜੀ ਤੁਹਾਨੂੰ ਮੈਂ ਅੱਜ ਉੱਪਰ ਹੀ ਸਮਝਾ ਦਿੰਦਾ ਇਹਦੇ ਉੱਪਰ। ਹਾਂਜੀ, ਜੇਕਰ ਤੁਹਾਨੂੰ ਵਰਨਮਾਲਾ ਯਾਦ ਹੈ ਜੀ 41 ਅੱਖਰਾਂ ਦੀ ਆਪਣੀ, ਤਾਂ ਤੁਸੀਂ ਇਹਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਯਾਦ ਰੱਖ ਸਕਦੇ ਹੋ ਵਰਨ ਵੰਡ ਨੂੰ। ਜਿਵੇਂ ਕੰਠੀ ਧੁਨੀ ਹੋ ਗਈ, ਕੋਮਲ ਤਾਲਵੀ ਧੁਨੀ ਹੋ ਗਈ, ਉਲਟ ਜੀਭ ਧੁਨੀ ਹੋ ਗਈ, ਦੰਤੀ ਧੁਨੀ ਹੋ ਗਈ, ਦੋ ਹੋਠੀ ਧੁਨੀ ਹੋ ਗਈ। ਮਤਲਬ ਇਹਨੂੰ ਸੌਖਾ ਹੈ ਜੀ ਯਾਦ ਕਰਨਾ ਜੇਕਰ ਆਪਾਂ ਨੂੰ ਇਹ ਆਉਂਦਾ ਜੀ ਵਰਨਮਾਲਾ ਤਾਂ। ਹਾਂਜੀ, ਹੁਣ ਜਿਵੇਂ ਦੇਖੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਵਰਨਮਾਲਾ ਵਿੱਚ ਆਪਣੇ ਸਵਰ ਅੱਖਰ ਕਿਹੜੇ ਹੁੰਦੇ ਜੀ। ਦੇਖੋ ਜਿਵੇਂ ਊੜੇ ਤੋਂ ਲੈ ਕੇ ਈੜੀ ਤੱਕ ਇਹ ਸਵਰ ਹੋ ਗਿਆ ਜੀ। ਇੱਥੇ ਮੈਂ ਤੁਸੀਂ ਇਹਨੂੰ ਅੰਡਰਲਾਈਨ ਕਰਕੇ ਤੁਸੀਂ ਯਾਦ ਕਰ ਸਕਦੇ ਹੋ, ਇੱਕ ਆਪਦੇ ਕੋਲੋਂ ਮਤਲਬ ਰੱਖ ਸਕਦੇ ਹੋ ਯਾਦ ਕਰਨ ਦਾ ਤਰੀਕਾ ਹੈ ਤੁਹਾਡਾ। ਜੇਕਰ ਤੁਸੀਂ ਇਹਦੀ ਪੂਰੀ ਗੱਲ ਕਰੋਗੇ ਜੀ ਊੜੇ ਤੋਂ ਲੈ ਕੇ ਮਤਲਬ ਹਾਹੇ ਤੱਕ, ਤਾਂ ਇਹਨੂੰ ਅਸੀਂ ਕੀ ਬੋਲਾਂਗੇ ਜੀ ਉੱਤਮ ਵਰਗ ਬੋਲ ਦਿੰਦੇ ਆ ਜਾਂ ਇਹਨੂੰ ਮੁੱਖ ਵਰਗ ਬੋਲ ਦਿੰਦੇ ਨਾ ਜੀ। ਆਪਾਂ ਵਰਗਾਂ ਦੀ ਗੱਲ ਕਰਦੇ ਹਾਂ। ਫਿਰ ਕੱਕੇ ਤੋਂ ਲੈ ਕੇ ਮਤਲਬ ਇਆਂ ਤੱਕ ਕਵਰਗ ਕਹਿ ਦਿੰਦੇ ਹਾਂ। ਫਿਰ ਚੱਚੇ ਵਾਲੀ ਲਾਈਨ ਸਾਰੀ ਕੀ ਹੈ ਜੀ ਚਵਰਗ ਕਹਿ ਦਿੰਦੇ ਹਾਂ। ਫਿਰ ਇਸ ਤਰ੍ਹਾਂ ਟਾ ਵਰਗ ਕਹਿ ਦਿੰਦੇ ਜੀ ਆਪਾਂ। ਫਿਰ ਇਸੇ ਤਰ੍ਹਾਂ ਤੱਤੇ ਵਾਲੀ ਲਾਈਨ ਸਾਰੀ ਤਾਂ ਵਰਗ ਹੁੰਦੀ ਹੈ ਜੀ। ਫਿਰ ਅੱਗੇ ਕੀ ਹੁੰਦਾ ਜੀ ਵਰਗ ਹੁੰਦਾ ਜੀ। ਫਿਰ ਅੰਤਿਮ ਵਰਗ ਆ ਜਾਂਦੀ ਹੈ ਨਾ ਜੀ। ਫਿਰ ਇਸ ਤਰ੍ਹਾਂ ਨਵੀਨ ਵਰਗ, ਪੈਰ 'ਚ ਬਿੰਦੀ ਵਾਲੇ ਅੱਖਰ ਸਾਰੇ ਆ ਗਏ ਜੀ। 6 ਜੋ ਫਾਰਸੀ ਭਾਸ਼ਾ ਤੋਂ ਲਏ ਗਏ ਜੀ, ਇਹਨੂੰ ਆਪਾਂ ਫਾਰਸੀ ਅੱਖਰ ਵੀ ਕਹਿ ਦਿੰਦੇ ਹਾਂ ਜੀ। ਠੀਕ, ਹਾਂਜੀ। ਇਸ ਤੋਂ ਆਪਾਂ ਅੱਗੇ ਗੱਲ ਕਰਦੇ ਹਾਂ। ਹੁਣ ਦੇਖੋ ਧਿਆਨ ਨਾਲ ਤੁਸੀਂ, ਜੇਕਰ ਮੈਂ ਇੱਥੇ ਗੱਲ ਕਰਾਂ ਜੀ ਦੇਖੋ ਮਤਲਬ ਅਨੁਨਾਸਿਕ ਅੱਖਰ ਕਿਹੜੇ ਹੁੰਦੇ ਹਨ, ਜਿਹਨੂੰ ਆਪਾਂ ਨਾਸਕੀ ਅੱਖਰ ਵੀ ਕਹਿ ਦਿੰਦੇ ਹਾਂ, ਜਿਹਨਾਂ ਦੀ ਆਵਾਜ਼ ਨੱਕ ਵਿੱਚ ਆਉਂਦੀ ਹੈ। ਤੁਸੀਂ ਦੇਖੋ ਜੀ ਬਿਲਕੁਲ ਖੜਵੀਂ ਲਾਈਨ ਦੇਖੋ, ਹਾਹੇ ਤੋਂ ਥੱਲੇ ਥੱਲੇ ਇਆਂ ਤੋਂ ਲੈ ਕੇ ਮੰਮੇ ਤੱਕ, ਇਹ 5 ਅੱਖਰ ਕੀ ਸਾਡੇ ਅਨੁਨਾਸਿਕੀ ਅੱਖਰ ਹੈ। ਤਾਂ ਆਪਾਂ ਨੂੰ ਯਾਦ ਕਰ ਸਕਦੇ ਹਾਂ ਜੀ। ਠੀਕ ਹੈ ਜੀ, ਇਹ ਤੁਹਾਡੇ ਕਿ ਮਾਇੰਡ ਮੈਪ ਬਣ ਜਾਏਗਾ ਜੀ ਮਾਇੰਡ 'ਚ। ਮਤਲਬ ਤੁਹਾਨੂੰ ਯਾਦ ਆਊਗੀ ਇਸ ਤਰ੍ਹਾਂ, ਮਤਲਬ ਵਰਟੀਕਲ ਜਿਹੜੀ ਲਾਈਨ ਇੱਥੋਂ ਤੱਕ ਹੈਗੀ ਉਹ ਸਾਡੇ ਕੋਲ ਕੀ ਜੀ ਅਨੁਨਾਸਿਕੀ ਅੱਖਰ ਹੈ ਜਾਂ ਨਾਸਕੀ ਅੱਖਰ ਹੁੰਦੇ। ਠੀਕ ਹੈ ਜੀ। ਹਾਂਜੀ, ਹੁਣ ਆਪਾਂ ਅੱਗੇ ਗੱਲ ਕਰਾਂਗੇ ਸਾਡੇ ਕੰਠੀ ਧੁਨੀ ਦੀ ਗੱਲ ਕਰਾਂਗੇ ਜੀ। ਕੰਠੀ ਧੁਨੀ, ਕੰਠੀ ਧੁਨੀ ਕੀ ਦੇਖੋ ਕੱਕੇ ਤੋਂ ਲੈ ਕੇ ਮਤਲਬ ਘੱਗੇ ਤੱਕ, ਇਹ ਕੀ ਹੋ ਗਈ ਜੀ ਕੰਠੀ ਧੁਨੀ। ਤੁਸੀਂ ਲਿਖ ਲਓ ਸਾਈਡ ਦੇ ਉੱਪਰ ਕੰਠੀ ਧੁਨੀ ਦੇ ਇੰਨੇ ਅੱਖਰ ਨੇ। ਠੀਕ, 4। ਹਾਂਜੀ, ਫਿਰ ਆਪਾਂ ਗੱਲ ਕਰਾਂਗੇ ਕੋਮਲ ਤਾਲਵੀ ਧੁਨੀ। ਕੋਮਲ ਤਾਲਵੀ ਧੁਨੀ ਦੇਖੋ ਜੀ ਕਿੱਥੋਂ ਸ਼ੁਰੂ ਹੁੰਦੀ ਹੈ, ਚੱਚੇ ਵਾਲੀ ਲਾਈਨ ਹੈ। ਕੋਮਲ ਤਾਲਵੀ ਧੁਨੀ ਝੱਜੇ ਤੱਕ ਬਣ ਗਈ ਜੀ ਆਪਣੀ। ਠੀਕ, ਕੋਮਲ ਤਾਲਵੀ ਧੁਨੀ। ਹਾਂਜੀ, ਕੱਲ੍ਹ ਮੈਂ ਤੁਹਾਨੂੰ ਡੈਫੀਨੇਸ਼ਨ ਪੜ੍ਹਾਈ ਸੀ ਨਾ ਜੀ ਇੱਥੇ, ਮਤਲਬ ਜਦੋਂ ਤਾਲਵੀ ਨਾਲ ਲੱਗਦੀ ਹੈ ਆਪਣੀ ਜੀਭ ਕਹਿੰਦੇ ਹਾਂ ਚੱਚਾ ਚੱਛਾ ਜੱਜਾ ਝੱਜਾ, ਇਸ ਤਰ੍ਹਾਂ ਬੋਲ ਕੇ ਦੇਖੋ, ਪ੍ਰੈਕਟਿਸ ਕਰਕੇ ਦੇਖੋ, ਫਿਰ ਤੁਹਾਨੂੰ ਮਹਿਸੂਸ ਹੋਊਗੀ ਵਾਕਿਆ ਬਿਲਕੁਲ ਇਹ ਉਹੀ ਅੱਖਰ ਨੇ। ਹਾਂਜੀ, ਵੈਸੇ ਦੇਖੋ ਉਲਟ ਜੀਭ ਧੁਨੀ ਜਿਹਨੂੰ ਬੋਲਦੇ ਆਪਾਂ, ਦੇਖੋ ਕਿਹੜੇ ਅੱਖਰ ਜੀ ਉਹ ਟੈਂਕ ਤੋਂ ਲੈ ਕੇ ਢੱਡੇ ਤੱਕ ਯਾਦ ਕਰ ਲਓ। ਠੀਕ ਹੈ ਜੀ, ਟੈਂਕਾ ਠੱਠਾ ਡੱਡਾ ਢੱਡਾ, ਮਤਲਬ ਆਪਣੀ ਜੀਭ ਉਲਟਦੀ ਹੈ ਦੇਖੋ ਧਿਆਨ ਨਾਲ, ਹੈ ਨਾ ਜੀ ਪੜ੍ਹ ਕੇ। ਅੱਗੇ ਲੱਗੀ ਦੰਤੀ ਧੁਨੀ। ਦੰਤੀ ਧੁਨੀ ਜਿਹੜੀ ਜੀ ਤੱਤੇ ਸ਼ੁਰੂ ਹੋ ਕੇ ਧੱਦੇ ਤੱਕ, ਤੱਤੇ ਤੋਂ ਸ਼ੁਰੂ ਹੋ ਕੇ ਧੱਦੇ ਤੱਕ, ਇਹ ਕਿਹੜੀ ਸਾਡੇ ਦੰਤੀ ਧੁਨੀ। ਜਿਵੇਂ ਤੱਤਾ ਤੱਤਾ ਦੱਦਾ ਧੱਦਾ, ਧਿਆਨ ਨਾਲ ਦੇਖੋ ਤੱਤਾ ਤੱਤਾ ਦੱਦਾ ਧੱਦਾ ਨੰਨਾ, ਮਤਲਬ ਦੇਖੋ ਦੰਤੀ ਧੁਨੀ ਕਿਉਂ ਕਹਿੰਦੇ ਦੇਖੋ ਦੰਦ ਸਾਡੇ ਜੁੜੇ ਦੇਖੋ ਨਾ ਜੀ, ਤਾਂ ਕਰਕੇ ਨੂੰ ਗਈ ਦੰਤੀ ਧੁਨੀ ਬੋਲ ਦਿੰਦੇ ਆਪਾਂ। ਅੱਗੇ ਕਿ ਦੋ ਹੋਠੀ ਧੁਨੀ। ਦੋ ਹੋਠੀ ਧੁਨੀ ਕਿਹੜੀ ਹੁੰਦੀ ਦੇਖੋ ਪੱਪੇ ਤੋਂ ਸ਼ੁਰੂ ਹੋ ਕੇ ਭੱਬੇ ਤੱਕ, ਇਹ ਕੀ ਹੋ ਗਏ ਸਾਡੇ ਦੋ ਹੋਠੀ ਧੁਨੀ। ਪੱਪਾ ਪੱਪਾ ਬੱਬਾ ਭੱਬਾ, ਸਾਡੇ ਜਿਹੜੇ ਬੁੱਲ ਹੈ ਦੇਖੋ ਉਹ ਟੱਚ ਕਰਦੇ ਜਦੋਂ ਪੱਪਾ ਪੱਪਾ ਬੱਬਾ ਭੱਬਾ। ਠੀਕ ਹੈ ਜੀ, ਇਹਨਾਂ 'ਚੋਂ ਸਵਾਲ ਬਣਦੇ ਜੀ ਤੁਹਾਨੂੰ ਪੁੱਛ ਲੈਣਗੇ ਕੰਠੀ ਧੁਨੀ ਦੇ ਅੱਖਰ ਕਿਹੜੇ ਆ, ਜਾਂ ਤੁਹਾਨੂੰ ਇੱਕ ਮਤਲਬ ਅੱਖਰ ਦੇ ਦੇਣਗੇ ਕੱਕਾ ਕੱਕਾ ਕੱਕਾ, ਤੁਸੀਂ ਕਿਹੜੀ ਧੁਨੀ ਦੇ ਅੱਖਰ ਹੈ, ਮਤਲਬ ਇਸ ਤਰ੍ਹਾਂ ਤੁਹਾਨੂੰ ਸਵਾਲ ਪੁੱਛ ਸਕਦੇ ਜੀ ਕੋਈ ਵੀ। ਠੀਕ ਹੈ ਜੀ, ਇਹਨਾਂ ਨੂੰ ਮਤਲਬ ਜੇ ਤੁਹਾਨੂੰ ਵਰਨਮਾਲਾ ਆਉਂਦੀ ਹੈ ਤੁਸੀਂ ਇੱਥੇ ਚਾਰਟ ਰਾਹੀਂ ਯਾਦ ਕਰ ਸਕਦੇ ਹੋ, ਚਾਹੇ ਤੁਹਾਨੂੰ ਪੇਪਰ ਦੇ ਇੱਕ ਸਾਈਡ 'ਤੇ ਲਿਖਣਾ ਪੈ ਜੇ, ਮਤਲਬ 30 ਸੈਕਿੰਡ ਦਾ ਕੰਮ ਹੈ ਜੀ ਲਿਖਣ ਦਾ, ਉੱਥੇ ਫਿਰ ਆਪਾਂ ਇਹਨੂੰ ਪੂਰਾ ਯਾਦ ਕਰ ਸਕਦੇ ਹਾਂ ਇਸ ਤਰ੍ਹਾਂ ਟੇਬਲ ਰਾਹੀਂ। ਠੀਕ ਹੈ ਜੀ। ਹਾਂਜੀ, ਅੱਗੇ ਦੇਖੋ ਜਿਹੜੇ ਤੁਹਾਨੂੰ ਪੁੱਛਣਾ ਨਵੀਨ ਅੱਖਰ ਕਿਹੜੇ ਜੀ, ਛੇ ਤੋਂ ਲੈ ਕੇ ਲੱਲੇ ਦੇ ਪੈਰ ਬਿੰਦੀ, ਮਤਲਬ 6 ਨੇ ਟੋਟਲ।
ਉਹਨਾਂ ਬਾਰੇ ਆਪਾਂ ਗੱਲ ਲਿਖ ਸਕਦੇ ਹਾਂ ਜੀ ਆਪਾਂ, ਠੀਕ ਹੈ ਜੀ। ਹਾਂਜੀ, ਇਸ ਤਰੀਕੇ ਨਾਲ ਯਾਦ ਕਰ ਸਕਦੇ ਹੋ। ਹਾਂਜੀ, ਹੁਣ ਮੈਂ ਅੱਗੇ ਹੋਰ ਗੱਲ ਕਰਦਾ ਧੁਨੀ ਦੇ ਅਗਲੇ 2 ਹਿੱਸੇ ਹੋਰ ਹੈ ਜੀ। ਜਿਵੇਂ ਆਪਾਂ ਕਹਿੰਦੇ ਨੇ ਨਾ ਜੀ ਅਲਪ ਪ੍ਰਾਣ ਧੁਨੀ। ਅਲਪ ਪ੍ਰਾਣ ਧੁਨੀ ਦੇ ਅੱਖਰ ਕਿਹੜੇ ਜੀ? ਇਹ ਤਾਂ ਹੁਣ ਦੇਖੋ ਆਪਾਂ ਸਾਰੀਆਂ ਲੇਟ ਵੀ ਲੈਣ ਬਾਰੇ ਗੱਲ ਕੀਤੀ ਸੀ, ਹੈ ਨਾ ਜੀ। ਹੁਣ ਆਪਾਂ ਅਲਪ ਪ੍ਰਾਣ ਧੁਨੀ ਦੀ ਗੱਲ ਕਰਾਂਗੇ। ਅਲਪ ਪ੍ਰਾਣ ਧੁਨੀ ਤੁਸੀਂ ਦੇਖਣਾ ਕੀ ਹੈ ਜੀ, ਆਪਣੇ ਕੋਲ 2 ਲਾਈਨਾਂ ਹੁੰਦੀਆਂ ਜਿਹੜੀਆਂ ਫਸਟ ਅਤੇ ਥਰਡ ਖੜਵੀਂ ਲਾਈਨ। ਫਸਟ ਅਤੇ ਥਰਡ ਕੱਕੇ ਤੋਂ ਸ਼ੁਰੂ ਹੋ ਕੇ ਮਤਲਬ ਪੱਪੇ ਤੱਕ, ਇਹ ਸਾਡੇ ਕੋਲ ਕੀ ਹੈ ਜੀ, ਇੱਕ ਲਾਈਨ ਤਾਂ ਹੋ ਗਈ। ਦੂਸਰੀ ਕਿਹੜੀ ਜੀ, ਗੱਗੇ ਤੋਂ ਲੈ ਕੇ ਮਤਲਬ ਥਰਡ ਲਾਈਨ ਵਰਟੀਕਲ ਲਾਈਨ, ਗੱਗੇ ਤੋਂ ਲੈ ਕੇ ਬੱਬੇ ਤੱਕ 5 ਅੱਖਰ ਹੋ ਗਏ ਦੋਨਾਂ ਲਾਈਨਾਂ ਦੇ, 10 ਅੱਖਰ। ਇਹ ਅੱਖਰ ਕਿਹੜੇ ਜੀ ਆਪਣੇ ਕੋਲੇ ਅਲਪ ਪ੍ਰਾਣ ਧੁਨੀ ਦੇ। ਅਲਪ ਪ੍ਰਾਣ ਧੁਨੀ ਕਿਹੜੀ ਹੁੰਦੀ ਹੈ? ਜਦੋਂ ਉਚਾਰਨ ਲੱਗਿਆ ਸਾਹ ਦੀ ਮਾਤਰਾ ਘੱਟ ਹੁੰਦੀ ਹੈ, ਉਸ ਨੂੰ ਅਸੀਂ ਅਲਪ ਪ੍ਰਾਣ ਧੁਨੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਫਸਟ ਅਤੇ ਥਰਡ ਲਾਈਨ ਯਾਦ ਰੱਖਿਓ, ਠੀਕ ਹੈ ਜੀ। ਹਾਂਜੀ, ਹੁਣ ਆਪਾਂ ਅਗਲੀ ਗੱਲ ਕਰਦੇ ਹਾਂ। ਆਪਣੇ ਕੋਲ ਅੱਗੇ ਆ ਗਈ ਗੱਲ ਮਹਾਂਪ੍ਰਾਣ ਧੁਨੀ। ਮਹਾਂਪ੍ਰਾਣ ਧੁਨੀ ਦੇ ਕਿਹੜੇ ਅੱਖਰ ਹੁੰਦੇ ਜੀ? ਦੇਖੋ ਸੈਕਿੰਡ ਅਤੇ ਫੋਰਥ ਲਾਈਨ, ਸੈਕਿੰਡ ਅਤੇ ਫੋਰਥ ਲਾਈਨ ਖੱਖੇ ਤੋਂ ਸ਼ੁਰੂ ਹੋ ਕੇ ਜੀ ਫੱਫੇ ਤੱਕ, ਖੱਖੇ ਤੋਂ ਸ਼ੁਰੂ ਹੋ ਕੇ ਫੱਫੇ ਤੱਕ। ਫੋਰਥ ਲਾਈਨ ਵਿੱਚ ਦੇਖੋ ਜੀ ਘੱਗੇ ਤੋਂ ਲੈ ਕੇ ਭੱਬੇ ਤੱਕ। ਇਹ ਸਾਡੇ ਕੋਲ ਕਿਹੜੇ ਹੋ ਗਏ ਜੀ? ਮਹਾਂਪ੍ਰਾਣ ਧੁਨੀ। ਮਹਾਂਪ੍ਰਾਣ ਧੁਨੀ ਕਿਹੜੀ ਹੁੰਦੀ ਹੈ ਜੀ? ਸਾਹ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਦੋਂ ਇਹ ਸ਼ਬਦ ਆਪਾਂ ਉਚਾਰਦੇ ਹਾਂ ਤਾਂ ਸਾਹ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਸ ਨੂੰ ਅਸੀਂ ਮਹਾਂਪ੍ਰਾਣ ਧੁਨੀ ਕਹਿੰਦੇ ਹਾਂ, ਠੀਕ ਹੈ ਜੀ। ਦੇਖੋ ਜੀ 2 ਲੈਣਾ ਆਪਣੇ ਕੋਲ, 4 ਲੈਣਾ ਕਿਹੜੀਆਂ ਹੋ ਗਈਆਂ ਜੀ? ਖੜਵੀਆਂ ਲੈਣਾ ਦੀਆਂ ਆਪਾਂ ਗੱਲ ਕਰੀਏ ਤਾਂ ਅਲਪ ਪ੍ਰਾਣ ਧੁਨੀ ਅਤੇ ਮਹਾਂਪ੍ਰਾਣ ਧੁਨੀ ਬਣ ਜਾਂਦੀ ਹੈ। ਜਦੋਂ ਆਪਾਂ ਲੇਟਵੀਂ ਲੈਣਾ ਦੀ ਗੱਲ ਕਰਦੇ ਹਾਂ ਜੀ, ਉਦੋਂ ਸਾਡੇ ਕੋਲ ਕਿਹੜੇ ਆਉਂਦੇ? ਦੇਖੋ ਜੀ ਕੰਠੀ ਕੋਮਲ ਤਾਲਵੀ ਧੁਨੀ, ਉਲਟ ਜੀਭ ਧੁਨੀ, ਦੰਤੀ ਧੁਨੀ ਅਤੇ 2 ਹੋਠੇ ਧੁਨੀ ਦੀ ਗੱਲ ਹੋ ਜਾਂਦੀ ਜੀ, ਠੀਕ ਹੈ ਜੀ। ਮਤਲਬ ਇਸ ਤਰ੍ਹਾਂ ਸਾਨੂੰ ਜੇ ਮਤਲਬ ਵਰਨਮਾਲਾ ਆਉਂਦੀ ਜਾਂ ਸਭ ਕੁਝ ਯਾਦ ਕਰਨ, ਦੇਖੋ ਸਵਰ ਊੜਾ ਐੜਾ ਅਤੇ ਈੜੀ, ਜਿਸ ਨੂੰ ਅਰਧ ਸਵਰ ਪੁੱਛ ਲੈਣ ਉਸ ਨੂੰ ਯਾਦ ਹੀ ਰੱਖਣੇ ਪੈਣਗੇ ਜੀ ਅਲੱਗ ਅਲੱਗ ਤੋਂ ਹੀ। ਜਿਵੇਂ ਆਪਾਂ ਕਹਿੰਦੇ ਇੱਕ ਯਈਆ ਸੀਗਾ ਅੰਤਮ ਵਰਗ ਦੇ ਵਿੱਚ, ਇੱਕ ਵਾਵਾ ਸੀਗਾ, ਇਹ ਸਾਡੇ ਕੋਲ ਸੀ ਅਰਧ ਸਵਰ ਸੀਗੇ ਆਪਣੇ ਕੋਲ, ਠੀਕ ਹੈ ਜੀ। ਵਿਅੰਜਨ ਆਪਾਂ ਨੂੰ ਪਤਾ ਹੀ ਸਾਰੇ ਹੁੰਦੇ ਆ, ਇਸ ਤਰ੍ਹਾਂ ਹੀ ਤੁਸੀਂ ਇਹਨੂੰ ਯਾਦ ਕਰ ਲੈਣਾ ਜੀ ਆਪਾਂ ਨੂੰ, ਠੀਕ ਹੈ ਜੀ। ਹਾਂਜੀ, ਤੁਹਾਡੇ ਸਵਾਲ ਵੀ ਤੋਂ ਬਣ ਸਕਦੇ ਜੀ। ਦੇਖੋ ਪੰਜਾਬੀ ਵਰਨਮਾਲਾ ਦਾ ਪੁਰਾਣਾ ਨਾਮ ਕੀ ਸੀ? 35 ਅੱਖਰੀ, ਠੀਕ ਹੈ ਜੀ। ਅਤੇ ਫਾਰਸੀ ਭਾਸ਼ਾ ਦੇ ਕਿੰਨੇ ਅੱਖਰ ਸੀ ਜੀ? 6 ਲਏ ਗਏ ਸੀ ਨਾ ਜੀ, ਟੋਟਲ 40 ਹੋ ਗਏ ਸੀ ਆਪਣੇ ਕੋਲ। ਇਹ ਤੁਹਾਨੂੰ ਪੁੱਛ ਸਕਦੇ ਆ, ਤੁਹਾਨੂੰ ਵੀ ਪੁੱਛ ਸਕਦੇ ਆ ਸਵਰ ਨੂੰ ਛੱਡ ਕੇ ਪੰਜਾਬੀ ਵਰਨਮਾਲਾ ਦੀ ਗਿਣਤੀ ਦੱਸੋ। ਹੁਣ ਸਵਰ ਨੂੰ ਛੱਡ ਕੇ ਸਵਰ ਕਿੰਨੇ? ਟੋਟਲ 3 ਹੈ। ਟੋਟਲ ਅੱਖਰ ਕਿੰਨੇ ਦੇ? 41। 41 'ਚੋਂ 3 ਮਾਈਨਸ ਕਰ ਦਾਂਗੇ, ਮਤਲਬ 38 ਅੱਖਰ ਕਾਹਦੇ ਹੋ ਗਏ ਆਪਣੇ ਕੋਲੇ ਪੰਜਾਬੀ ਵਰਨਮਾਲਾ ਦੀ ਗਿਣਤੀ ਸਵਰ ਦੀ, ਠੀਕ ਹੈ ਜੀ। ਉਹਨਾਂ ਨੂੰ ਛੱਡ ਕੇ ਗੱਲ ਕਰਨੀ ਸੀ। ਹੁਣ ਅੱਗੇ ਦੇਖੋ ਜੀ ਅਰਧ ਸਵਰ ਨੂੰ ਛੱਡ ਕੇ ਪੰਜਾਬੀ ਵਰਨਮਾਲਾ ਦੇ ਕਿੰਨੀ ਗਿਣਤੀ ਦੱਸੋ। ਹੁਣ ਸਾਨੂੰ ਪਤਾ ਜੀ ਅਰਧ ਸਵਰ ਕਿੰਨੇ ਆ ਜੀ? 2 ਨੇ, ਅਤੇ 41 ਵਿੱਚੋਂ 2 ਮਾਈਨਸ ਕਰ ਦਾਂਗੇ ਤਾਂ 39 ਸਾਡੇ ਕੋਲ ਕਿਹੜੀ ਬਾਕੀ ਅੱਖਰ ਆ ਜਾਣਗੇ, ਠੀਕ ਹੈ ਜੀ। ਮਤਲਬ ਐਗਜ਼ਾਮੀਨਰ ਨੇ ਕੋਈ ਵੀ ਸਵਾਲ ਮਤਲਬ ਘੁਮਾ ਕੇ ਪੁੱਛਣਾ ਤੁਹਾਨੂੰ ਬਸ ਆਉਣਾ ਚਾਹੀਦਾ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਦੇ ਹੋ ਚੀਜ਼ਾਂ ਨੂੰ, ਠੀਕ ਹੈ ਜੀ। ਜਾਂ ਤੁਹਾਨੂੰ ਇਹ ਵੀ ਕਹਿ ਸਕਦੇ 35 ਅੱਖਰੀ ਵਿੱਚ ਸਵਰ ਨੂੰ ਛੱਡ ਕੇ ਪੰਜਾਬੀ ਵਰਨਮਾਲਾ ਦੀ ਗਿਣਤੀ ਦੱਸੋ। ਹੁਣ 35 ਅੱਖਰੀ ਦੀ ਗੱਲ ਕੀਤੀ ਹੈ, 35 ਅੱਖਰੀ ਵਿੱਚ ਆਪਣੇ ਕੋਲ 35 ਅੱਖਰ ਹੁੰਦੇ ਜੀ। ਦੇਖੋ ਆਪਣੇ ਕੋਲ ਸਵਰ ਕਿੰਨੇ ਆ? 3 ਨੇ, ਉਹਨੂੰ ਮਾਈਨਸ ਕਰਤਾ, ਕਿੰਨੇ ਰਹਿ ਗਏ ਬਾਕੀ? 32, ਮਤਲਬ 32 ਹੋਣਗੇ। ਗੱਲ ਨੂੰ ਧਿਆਨ ਨਾਲ ਪੜ੍ਹਨਾ, ਠੀਕ ਹੈ। 35 ਅੱਖਰੀ ਬੋਲਿਆ ਤਾਂ 35 ਅੱਖਰੀ ਲੈਣੇ ਆ। ਜੇ ਉਹਨਾਂ ਨੇ ਡਾਇਰੈਕਟਲੀ ਸਿੱਧੀ ਗੱਲ ਬੋਲੀ ਹੈ ਤਾਂ ਫਿਰ ਆਪਾਂ 41 ਅੱਖਰ ਹੀ ਲਾਵਾਂਗੇ, ਠੀਕ ਹੈ ਜੀ। ਇਸ ਤਰ੍ਹਾਂ ਸਾਡੇ ਕੋਲ ਇਹ ਗੱਲ ਹੋ ਗਈ ਅੱਜ ਵਰਨਮਾਲਾ ਦੇ ਵਿੱਚ, ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਸਿੱਖਿਆ ਜੀ ਆਪਾਂ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਲਿਪੀ ਦੀ। ਲਿਪੀ ਦੇਖੋ ਕੀ ਹੈ ਜੀ, ਵਰਨਾਂ ਧੁਨੀਆਂ ਨੂੰ ਜਦੋਂ ਕੋਈ ਖਾਸ ਲਿਖਤੀ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਉਹ ਲਿਪੀ ਬਣ ਜਾਂਦੀ ਹੈ। ਭਾਵ ਵਰਨਾਂ ਨੂੰ ਚਿੰਨ੍ਹਾਂ ਵਿੱਚ ਅੰਕਿਤ ਕਰਨ ਦੇ ਵੱਖ-ਵੱਖ ਅਤੇ ਵਿਸ਼ੇਸ਼ ਢੰਗ ਨੂੰ ਲਿਪੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਹੁਣ ਪੰਜਾਬੀ ਭਾਸ਼ਾ ਲਈ ਕੀ ਹੈ ਜੀ? ਦੇਖੋ ਗੁਰਮੁਖੀ ਲਿਪੀ ਅਤੇ ਅੱਖਰ ਦੇਖੋ ਊੜਾ ਹੋ ਗਿਆ, ਕੱਕਾ, ਖੱਖਾ, ਚੱਚਾ, ਤੱਤਾ ਅਤੇ ਪੱਪਾ, ਬਸ ਆਪਾਂ ਨੂੰ ਇਹੀ ਲੋੜੀਂਦੀ ਚਾਹੀਦੀ ਇੰਨੀ, ਠੀਕ ਹੈ ਜੀ। ਇਹ ਤੁਹਾਨੂੰ ਯਾਦ ਰੱਖਣੀ ਪੈਣੀ ਜੀ ਗੱਲਾਂ। ਹਾਂਜੀ, ਅੱਗੇ ਆਪਾਂ ਗੱਲ ਕਰਾਂਗੇ। ਦੇਖੋ ਉਦਾਹਰਨ ਵਿੱਚ ਦੇਖਿਆ ਇੱਕ ਧੁਨੀ, ਇੱਕ ਸ਼ਬਦ ਜਾਂ ਇੱਕ ਵਾਕ ਨੂੰ ਵੱਖ-ਵੱਖ ਲਿਪੀਆਂ ਲਈ ਪੇਸ਼ ਕਰਨ ਦਾ ਢੰਗ ਕੀ? ਦੇਖੋ ਜਿਵੇਂ ਹੁਣ ਸੱਸਾ ਧੁਨੀ ਹੈ, ਸੱਸਾ ਧੁਨੀ ਮਤਲਬ ਗੁਰਮੁਖੀ ਲਿਪੀ ਦਾ ਸੱਸਾ ਅੱਖਰੀ ਪਊਗਾ, ਠੀਕ ਹੈ ਜੀ। ਇਸ ਤਰ੍ਹਾਂ ਆੜੇ ਨੂੰ ਆਪਾਂ ਆੜਾ ਹੀ ਕਹਾਂਗੇ, ਹੈ ਨਾ। ਹਾਂਜੀ, ਇਸ ਤਰ੍ਹਾਂ ਰਾਮ ਨੂੰ ਰਾਮ ਹੀ ਬਣੂਗਾ ਗੁਰਮੁਖੀ ਲਿਪੀ, ਸਕੂਲ ਦਾ ਸਕੂਲ ਹੀ ਬਣੂਗਾ, ਠੀਕ ਹੈ ਜੀ। ਅੱਗੇ ਆਪਾਂ ਗੱਲ ਕੀਤੀ ਵਰਨਮਾਲਾ ਦੀ ਗੱਲ ਆਪਣੀ ਹੋ ਗਈ। ਚਲੋ ਗੁਰਮੁਖੀ ਲਿਪੀ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਪੰਜਾਬੀ ਭਾਸ਼ਾ ਦੀ ਲਿਪੀ ਨੂੰ
ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਵੈਸੇ ਲਿਪੀ ਜਿਵੇਂ ਦੇਖੋ ਸਕ੍ਰਿਪਟ ਆਪਾਂ ਜਿਹਨੂੰ ਬੋਲ ਦਿੰਦੇ ਹਾਂ, ਵੇ ਆਫ ਰਾਈਟਿੰਗ, ਠੀਕ ਹੈ ਜੀ। ਇਹਦੀ ਸੌਖੇ ਤਰੀਕੇ ਨਾਲ ਡੈਫੀਨੇਸ਼ਨ ਆਪਾਂ ਲਿਪੀ ਦੀ ਕੀ ਦੇ ਸਕਦੇ ਹਾਂ, ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਾਂ ਲਿਖਣ ਦੇ ਲਈ ਜੋ ਚਿੰਨ੍ਹ ਵਰਤੇ ਜਾਂਦੇ ਹਨ ਉਸ ਨੂੰ ਲਿਪੀ ਕਹਿੰਦੇ ਆ, ਠੀਕ ਹੈ ਜੀ। ਦੁਬਾਰਾ ਫਿਰ ਸੁਣੋ, ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਾਂ ਲਿਖਣ ਦੇ ਲਈ ਜੋ ਚਿੰਨ੍ਹ ਸਾਈਨ ਵਰਤੇ ਜਾਂਦੇ ਹਨ ਉਸ ਨੂੰ ਲਿਪੀ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਜੀ, ਗੁਰਮੁਖੀ ਲਿਪੀ, ਜਿਹਦੇ ਆਪਾਂ ਬਾਰੇ ਪੜ੍ਹਾਂਗੇ ਹੁਣ। ਗੁਰਮੁਖੀ ਲਿਪੀ ਦੇ ਪਿਤਾ ਕੌਣ ਹੈ ਜੀ, ਗੁਰੂ ਅੰਗਦ ਦੇਵ ਜੀ ਹੈ। ਇਹ ਗੱਲ ਯਾਦ ਰੱਖਿਓ, ਗੁਰਮੁਖੀ ਲਿਪੀ ਦੇ ਪਿਤਾ ਕੌਣ ਹੈ ਜੀ, ਗੁਰੂ ਅੰਗਦ ਦੇਵ ਜੀ। ਅਤੇ ਤੁਹਾਨੂੰ ਇਹ ਵੀ ਪਤਾ ਹੋਊਗਾ ਜੀ, ਪੰਜਾਬੀ ਭਾਸ਼ਾ ਲਿਪੀ ਗੁਰਮੁਖੀ ਲਿਪੀ, ਹਿੰਦੀ ਭਾਸ਼ਾ ਲਿਪੀ ਦੇਵਨਾਗਰੀ ਲਿਪੀ, ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਲਿਪੀ। ਹਾਂਜੀ, ਹੁਣ ਆਪਾਂ ਗੁਰਮੁਖੀ ਲਿਪੀ ਬਾਰੇ ਥੋੜ੍ਹਾ ਪੜ੍ਹਦੇ ਹਾਂ। ਪੰਜਾਬੀ ਭਾਸ਼ਾ ਦੀ ਲਿਪੀ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਇਸ ਵਿੱਚ ਕੁੱਲ ਵਰਨਾਂ, ਲਗਾ ਅਤੇ ਲਗਾ ਅੱਖਰਾਂ ਦੀ ਗਿਣਤੀ ਇਸ ਪ੍ਰਕਾਰ ਹੈ। ਹਾਂਜੀ, ਟੋਟਲ 41 ਵਰਨ ਨੇ, ਊੜੇ ਤੋਂ ਲੈ ਕੇ ਲੱਲੇ ਪੈਰ 'ਚ ਬਿੰਦੀ ਤੱਕ। 10 ਲਗਾ ਹੁੰਦੀਆਂ ਜੀ, ਮੁਕਤਾ, ਕੰਨਾ, ਸਿਆਰੀ, ਬਿਆਰੀ, ਔਂਕੜ, ਦਲੈਂਕੜ, ਲਾਂ, ਦਲਾਵਾਂ, ਹੋੜਾ ਅਤੇ ਕਨੋੜਾ। ਲਗਾ ਅੱਖਰ 3 ਹੁੰਦੀਆਂ ਜੀ, ਬਿੰਦੀ, ਟਿੱਪੀ ਅਤੇ ਅੱਧਕ। ਇਹ ਯਾਦ ਰੱਖਿਓ, ਸਵਾਲ ਪੁੱਛਦੇ ਲਗਾ ਅੱਖਰ ਕਿਹੜੇ ਨੇ ਪੰਜਾਬੀ ਵਿੱਚ, ਠੀਕ ਹੈ ਜੀ। ਇਸ ਲਿਪੀ ਨੂੰ 35 ਅੱਖਰੀ ਵੀ ਕਿਹਾ ਜਾਂਦਾ ਰਿਹਾ, ਕਿਉਂਕਿ ਪਹਿਲਾਂ ਇਸ ਵਿੱਚ 35 ਵਰਨ ਹੁੰਦੇ ਸੀ, ਊੜੇ ਤੋਂ ਲੈ ਕੇ ਅੜਾੜੇ ਤੱਕ, ਠੀਕ ਹੈ ਜੀ। ਫਿਰ ਬਾਅਦ 'ਚ ਫਾਰਸੀ ਧੁਨੀਆਂ ਆਈਆਂ, ਤੁਹਾਨੂੰ ਪਤਾ ਹੀ ਨਹੀਂ, ਫਿਰ ਉਹਦੇ ਨਾਲ ਕੀ 40 ਅੱਖਰ ਬਣ ਗਏ, ਠੀਕ ਹੈ ਜੀ। ਗੁਰਮੁਖੀ ਲਿਪੀ ਦਾ ਨਾਮਕਰਨ ਦੀ ਆਪਾਂ ਗੱਲ ਤੁਹਾਨੂੰ ਦੱਸ ਦਿੱਤੀ ਮੈਂ ਜੀ। ਜਿਵੇਂ ਦੇਖੋ, ਮਤਲਬ ਪਿਤਾ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਗਿਆ ਜੀ ਇਹਨਾਂ ਦਾ, ਠੀਕ ਹੈ ਜੀ। ਇਸ ਤਰ੍ਹਾਂ ਤਰਤੀਬ ਹੁੰਦੀ ਗਈ, ਮਤਲਬ ਇਹਨੂੰ ਇੱਕ ਵਰਨਮਾਲਾ ਵਿੱਚ ਪਰੋ ਦਿੱਤਾ ਗਿਆ। ਸਮਝ ਗਏ ਗੱਲ ਨੂੰ? ਹਾਂਜੀ, ਇਸ ਤੋਂ ਅਸੀਂ ਪੜ੍ਹ ਸਕਦੇ ਹੋ ਸਭ ਕੁਛ, ਠੀਕ ਹੈ ਜੀ। ਅੱਗੇ ਦੇਖੋ, ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਕੀ ਹੈ ਜੀ। ਗੁਰਮੁਖੀ ਲਿਪੀ ਦੀ ਵਰਨਮਾਲਾ ਤਰਤੀਬ ਵਿਗਿਆਨਕ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ ਦੀ ਤਰਤੀਬ ਇੱਕ ਵਿਗਿਆਨਕ ਢੰਗ ਹੈ ਜੀ। ਦੇਖੋ, ਜਿਵੇਂ ਹਰ ਵਰਗ ਵਿੱਚ 5-5 ਵਰਨ ਹਨ। ਹਾਂਜੀ, ਵਰਗਾਂ ਦੀ ਵੰਡ ਕੀਤੀ ਨਹੀਂ, ਦੇਖੋ ਵਰਗ, ਚਵਰਗ, ਉੱਤਮ ਵਰਗ, ਇਸ ਤਰ੍ਹਾਂ ਨਾ ਜੀ। ਹਰ ਵਰਗ ਵਿੱਚ ਕਹਿੰਦੇ ਜੀ 5-5 ਵਰਨ ਨੇ। ਇੱਕ ਵਰਗ ਦੇ ਸਾਰੇ 5 ਵਰਨ ਮੂੰਹ ਪੋਲ ਦੇ ਇੱਕੋ ਉਚਾਰਨ ਸਥਾਨ 'ਤੇ ਉਚਾਰੇ ਜਾਂਦੇ ਹਨ। ਜਿਹੜੇ ਆਪਾਂ ਨੂੰ ਵਰਗ ਦਿੱਤੇ ਨੇ, ਵੇਖੋ 5 ਵਰਨ ਮੂੰਹ ਪੋਲ ਕੇ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਂਦੇ ਹਨ। ਜਿਵੇਂ ਕੱਕਾ ਵਰਗ ਕੰਠੀ ਦੇ, ਚੱਚਾ ਵਰਗ ਤਾਲਵੀ ਦੇ, ਟੈਂਕਾ ਵਰਗ ਉਲਟੀ ਜੀਵੀ ਦੇ, ਤੱਤਾ ਵਰਗ ਦੰਤੀ ਦੇ, ਪੱਪਾ ਵਰਗ ਦੋ ਹੋਠੀ ਦੇ, ਠੀਕ ਹੈ ਜੀ। ਇਸ ਤਰ੍ਹਾਂ 5 ਵਰਗਾਂ ਦੀ ਤਰਤੀਬ ਮੂੰਹ ਪੋਲ ਦੇ ਪਿੱਛੇ ਹਿੱਸੇ ਤੋਂ ਕਰਮਵਾਰ ਅੱਗੇ ਤੱਕ ਆਉਂਦੀ ਹੈ। ਜਿਵੇਂ ਸਭ ਤੋਂ ਪਿੱਛੇ ਕੰਠ ਹੈ, ਫਿਰ ਤਾਲੂ, ਫਿਰ ਜੀਭ, ਫਿਰ ਦੰਦ ਅਤੇ ਸਭ ਤੋਂ ਬਾਅਦ ਬੁੱਲ। ਕੱਕਾ, ਚੱਚਾ, ਟੈਂਕਾ, ਤੱਤਾ, ਪੱਪਾ ਵਰਗ ਹਨ। ਤੁਸੀਂ ਇਹਨਾਂ ਦੀ ਪ੍ਰੈਕਟੀਕਲ ਕਰਕੇ ਦੇਖੋ, ਫਿਰ ਤੁਸੀਂ ਕਦੇ ਨਹੀਂ ਭੁੱਲੋਗੇ ਜੀ ਨਾ। ਅੱਗੇ ਦੇਖੋ ਜੀ, ਨਾਸਕੀ ਧੁਨੀ, ਜਿਹਨੂੰ ਆਪਾਂ ਅਨੁਨਾਸਕੀ ਧੁਨੀ ਵੀ ਕਹਿ ਦਿੰਦੇ ਹਾਂ। ਇਹ 5 ਅੱਖਰ ਨਹੀਂ ਆਪਣੇ ਕੋਲ, ਆਈਆਂ, ਆਈਆਂ, ਆਣਾ, ਨੰਨਾ, ਮੰਮਾ ਹਰ ਵਰਗ ਦੇ ਅੰਤ ਵਿੱਚ ਹਨ। ਅੱਗੇ ਗੱਲ ਕੀਤੀ ਨਵੀਨ ਵਰਗ ਦੀ, ਫਾਰਸੀ ਧੁਨੀਆਂ ਵਾਲਾ ਸਭ ਤੋਂ ਅਖੀਰ ਵਿੱਚ ਰੱਖਿਆ ਗਿਆ ਜੀ 6 ਅੱਖਰ ਹੈ, ਜੋ ਉਹਨੂੰ ਅਸੀਂ ਨਵੀਨ ਵਰਗ ਜਾਂ ਫਾਰਸੀ ਧੁਨੀ ਕਹਿ ਦਿੰਦੇ ਹਾਂ। ਗੁਰਮੁਖੀ ਲਿਪੀ ਕੋਲ ਹਰ ਆਵਾਜ਼ ਧੁਨੀ ਦੀ ਵੱਖਰਾ ਵਰਨ ਮੌਜੂਦ ਹੈ, ਜਦ ਕਿ ਦੂਜੀਆਂ ਲਈ ਭਾਸ਼ਾਵਾਂ ਅੰਗਰੇਜ਼ੀ ਅਤੇ ਫਾਰਸੀ ਹਨ। ਕਹਿੰਦੇ ਇੱਕ ਆਵਾਜ਼ ਲਈ 2-2 ਚਿੰਨ੍ਹ ਹਨ ਦੂਜੀਆਂ ਭਾਸ਼ਾਵਾਂ ਕੋਲ, ਜਿਸ ਨਾਲ ਦੁਚਿੱਤੀ ਬਣੀ ਰਹਿਣ ਦੀ ਸੰਭਾਵਨਾ ਰਹਿੰਦੀ ਹੈ। ਬਿਲਕੁਲ ਸੱਚਾਈ ਹੈ ਜੀ ਗੱਲ ਦੀ। ਜਿਵੇਂ ਸੱਸਾ ਧੁਨੀ ਲਈ ਗੁਰਮੁਖੀ ਵਿੱਚ ਕੇਵਲ ਇੱਕ ਹੀ ਵਰਨ ਸੱਸਾ ਹੈ, ਜਦ ਕਿ ਅੰਗਰੇਜ਼ੀ ਵਿੱਚ ਐਸ ਦੇ ਅਤੇ ਸੀ ਦੇ ਤੁਹਾਨੂੰ ਪਤਾ ਵਰਡ ਬਣ ਜਾਂਦੇ ਜੀ, 2 ਵਰਨ ਬਣ ਜਾਂਦੇ। ਦੇਖੋ ਸਨ ਅਤੇ ਸੈੱਲ, ਸਕੂਲ, ਸਰਟੀਫਿਕੇਟ, ਹੈ ਨਾ ਜੀ। ਇਸ ਤਰ੍ਹਾਂ ਕੰਪੈਰੀਜ਼ਨ ਕਰਕੇ ਦੇਖੋ ਦੂਸਰੀ ਭਾਸ਼ਾ ਨਾਲ, ਸਾਨੂੰ ਇਹ ਗੱਲਾਂ ਮਹਿਸੂਸ ਹੁੰਦੀਆਂ ਕਿ ਪੰਜਾਬੀ ਸਾਡੀ ਨਾਲੋਂ ਠੀਕ ਹੈ ਕੁਛ। ਹਾਂਜੀ, ਕਈ ਵਾਰ ਦੂਜੀਆਂ ਭਾਸ਼ਾਵਾਂ ਅੰਗਰੇਜ਼ੀ ਵਿੱਚ ਇੱਕ ਵਰਨ ਤੋਂ 2-2 ਧੁਨੀਆਂ ਦਾ ਕੰਮ ਲਿਆ ਜਾਂਦਾ ਹੈ, ਜਦ ਕਿ ਗੁਰਮੁਖੀ ਵਿੱਚ ਅਜਿਹਾ ਕੁਝ ਵੀ ਨਹੀਂ ਗਾ। ਜਿਵੇਂ ਅੰਗਰੇਜ਼ੀ ਵਿੱਚ ਸੀ ਵਰਨ ਤੋਂ ਸੱਸਾ ਅਤੇ ਕੱਕਾ ਧੁਨੀ ਦਾ ਕੰਮ ਲਿਆ ਜਾਂਦਾ ਹੈ, ਠੀਕ ਹੈ ਜੀ। ਇਸ ਤਰ੍ਹਾਂ ਟੀ ਤੋਂ ਟੈਂਕੇ ਦਾ ਅਤੇ ਤੱਤੇ ਦਾ ਵੀ ਕੰਮ ਲਿਆ ਜਾਂਦਾ ਹੈ, ਪਰ ਪੰਜਾਬੀ ਵਿੱਚ ਇਹੋ ਜਿਹਾ ਹੈ ਨਹੀਂ ਕੁਛ ਵੀ, ਠੀਕ ਹੈ ਜੀ। ਅਸੀਂ ਉਦਾਹਰਨਾਂ ਦੇਖ ਸਕਦੇ ਉਹਨਾਂ ਦੀਆਂ। ਅੱਗੇ ਦੇਖੋ, ਗੁਰਮੁਖੀ ਵਿੱਚ ਮਹਾਂਪੁਰਾਣ ਧੁਨੀਆਂ ਨੂੰ ਲਿਖਣ ਲਈ ਕੇਵਲ ਇੱਕ ਵੱਖਰਾ ਵਰਨ ਮੌਜੂਦ ਹੈ, ਜਦ ਕਿ ਅੰਗਰੇਜ਼ੀ ਵਿੱਚ 2-2 ਵਰਨਾਂ ਨੂੰ ਜੋੜ ਕੇ ਇਸ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਜਿਵੇਂ ਘੱਗਾ ਲਿਖਣਾ ਹੋਵੇ GH ਪਾਉਣਗੇ, ਭੱਬਾ ਪਾਉਣਾ ਹੋਵੇ BH ਪਾਉਣਗੇ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਹੋਰ ਵੀ ਐਗਜ਼ਾਮਪਲਾਂ ਬਣਾ ਸਕਦੇ ਹੋ। ਕਈ ਵਾਰ ਅੰਗਰੇਜ਼ੀ ਦੇ ਸ਼ਬਦ ਵਿੱਚ ਬਹੁਤ ਸਾਰੇ ਵਰਨ ਆਵਾਜ਼ ਰਹਿਤ ਹੁੰਦੇ ਹਨ, ਭਾਵ ਸ਼ਬਦਾਂ ਵਿੱਚ ਵਾਧੂ ਹੁੰਦੇ ਹਨ, ਉਹਨਾਂ ਦਾ ਉਚਾਰਨ ਨਹੀਂ ਹੁੰਦਾ, ਜਦ ਕਿ ਪੰਜਾਬੀ ਵਿੱਚ ਅਜਿਹਾ
ਨਹੀਂ ਹੁੰਦਾ। ਜਿਵੇਂ ਆ ਵੇਖੋ ਕੇ ਦੀ ਹੁਣ ਤੇ ਆਵਾਜ਼ ਕੇ ਮਤਲਬ ਕੇ ਸਾਈਲੈਂਟ ਹੈ, ਨਿਫ ਪੜਾਂਗੇ ਆਪਾਂ ਨਾ ਯਾਦ, ਇਸ ਤਰ੍ਹਾਂ ਪੰਜਾਬੀ ਵਿੱਚ ਨਹੀਂ ਹੁੰਦਾ ਕਹਿੰਦੇ, ਤਾਂ ਕੋਈ ਅੱਖਰ ਸਾਈਲੈਂਟ ਨਹੀਂ ਹੁੰਦਾ। ਹਾਂਜੀ ਅੱਗੇ ਦੇਖੋ ਪੰਜਵੀਂ ਗੱਲ, ਗੁਰਮੁਖੀ ਲਿਪੀ ਵਿੱਚ ਸਵਰਾਂ ਨਾਲ ਲੱਗਣ ਵਾਲੀਆਂ ਲਗਾ ਨਿਸ਼ਚਿਤ ਹੁੰਦੀਆਂ ਜੀ। ਗੁਰਮੁਖੀ ਲਿਪੀ ਵਿੱਚ ਜਿਹੜੀਆਂ ਸਵਰਾਂ ਹੈ ਉਹ ਜਿਹੜੀਆਂ ਨਿਸ਼ਚਿਤ ਦਿੱਤੀਆਂ ਗਈਆਂ, ਜੇ ਆਪਾਂ ਕਰਾਂਗੇ ਯਾਦ ਅੱਗੇ ਦੇਖੋ ਜੀ, ਉਸ ਤਰ੍ਹਾਂ ਮਤਲਬ ਉਹਨੂੰ ਤੋਂ ਅੱਗੇ ਪਿੱਛੇ ਨਹੀਂ ਗੱਲ ਹੋ ਸਕਦੀ, ਜੋ ਦਿੱਤਾ ਉਹ ਮਤਲਬ ਠੀਕ ਹੋਊਗਾ। ਛੇਵੀਂ ਗੱਲ, ਇਸ ਲਿਪੀ ਵਿੱਚ ਸ਼ਬਦ ਜੋੜ, ਰਚਨਾ, ਵਾਕ ਬਣਤਰ ਆਦਿ ਦੇ ਵਿਸ਼ੇਸ਼ ਨਿਯਮ ਹਨ। ਇਸ ਵਿੱਚ ਵਰਨਾਂ ਦੀ ਬਣਤਰ ਇਕਸਾਰ ਹੈ, ਕੋਈ ਵੱਡਾ ਛੋਟਾ ਵਰਨ ਨਹੀਂ ਗਾ, ਇਸ ਲਈ ਇਸ ਦੀ ਲਿਖਤ ਵਿੱਚ ਵੀ ਸੁੰਦਰਤਾ ਅਤੇ ਸਰਲਤਾ ਆ ਜਾਂਦੀ ਹੈ। ਇਸ ਦੇ ਲਈ ਵਰਨਾਂ ਦੀ ਸ਼ਕਲ ਆਪਸ ਵਿੱਚ ਮੇਲ ਖਾਂਦੀ ਹੈ, ਇਸ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੁੰਦਾ ਹੈ। ਠੀਕ ਹੈ ਜੀ, ਇਹ ਆਪਾਂ ਵਿਸ਼ੇਸ਼ਤਾਵਾਂ ਪੜ੍ਹ ਰਹੇ ਹਾਂ ਜੀ ਗੁਰਮੁਖੀ ਲਿਪੀ ਦੀਆਂ। ਹਾ ਹਾ ਰਾ ਰਾ ਗੱਗਾ ਸੱਸਾ, ਇਹ ਉਦਾਹਰਨਾਂ ਦੇਖ ਸਕਦੇ ਹੋ ਤੁਸੀਂ। ਠੀਕ ਹੈ ਜੀ, ਦੇਖੋ ਇਸ ਦੇ ਕਈ ਵਰਨ ਸ਼ਕਲ ਆਪਸ ਵਿੱਚ ਮੇਲ ਖਾਂਦੀ ਹੈ, ਇਸ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ। ਹਾ ਹਾ ਰਾ ਰਾ ਗੱਗਾ ਸੱਸਾ, ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਉਹ ਕਰ ਸਕਦੇ ਹੋ ਯਾਦ। ਆਪਾਂ ਵਰਨ ਵੰਡ ਦੀ ਗੱਲ ਕਰ ਲਈ ਸੀ ਨਾ ਜੀ, 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸਵਰ ਅਤੇ ਵਿਅੰਜਨ ਬਾਰੇ ਆਪਾਂ ਇਹ ਤੋਂ ਬਾਅਦ ਇਹ ਵੀ ਗੱਲ ਕਰ ਲਈ ਸੀ ਨਾ, ਵਰਨ ਵੰਡ ਨੂੰ ਕਿਵੇਂ ਵਰਗ ਵੰਡ ਕੀਤੀ ਗਈ ਸੀ ਵਿਅੰਜਨਾਂ ਦੀ, ਤਾਲਵੀ ਇਸ ਤਰ੍ਹਾਂ ਆਪਾਂ ਛੋਟ ਵਿੱਚ ਵੀ ਪੜ੍ਹਦੇ ਇਹਨਾਂ ਨੂੰ ਅੱਜ। ਠੀਕ ਹੈ ਜੀ, ਟੇਬਲ ਵਿੱਚ ਰਾਹੀਂ ਪੜ੍ਹਦੇ ਆਪਾਂ ਇਹਨਾਂ ਨੂੰ ਅੱਜ। ਅਲਪ ਪ੍ਰਾਂਤੁਨੀ ਮਹਾਂ ਪ੍ਰਾਂਤੁਨੀ ਬਾਰੇ ਆਪਾਂ ਗੱਲ ਕਰ ਲਈ ਸੀ ਨਾ ਜੀ। ਹਾਂਜੀ ਹੁਣ ਆਪਾਂ ਗੱਲ ਕਰਦੇ ਜੀ ਪੈਰ ਵਿੱਚ ਬਿੰਦੀ ਵਾਲੇ ਵਰਨ। ਆਪਾਂ ਵੈਸੇ ਕੱਲ੍ਹ ਗੱਲ ਕਰ ਲਈ ਸੀ 6 ਅੱਖਰ ਹੈ ਜੀ, ਫਾਰਸੀ ਭਾਸ਼ਾ ਲੈ ਗਏ ਜੀ। ਠੀਕ ਹੈ ਜੀ, ਜਿਹਨੂੰ ਅਸੀਂ ਨਵੀਨ ਵਰਨ ਕਹਿ ਦਿੰਦੇ ਜੀ ਨਾ, ਜਾਂ ਫਾਰਸੀ ਵਰਨ ਵੀ ਕਿਹਾ ਜਾਂਦਾ। ਇਸ ਤਰ੍ਹਾਂ ਦੇਖੋ ਇਸ ਨਵੀਨ ਵਰਗ ਨੂੰ 35 ਅੱਖਰੀ ਦੇ ਨਾਲ ਸ਼ਾਮਲ ਕਰਨ ਦਾ ਮੂਲ ਕਾਰਨ ਇਹ ਸੀ ਵੀ ਕਿਉਂ ਲੋੜ ਪਈ ਸੀ, ਆਪਾਂ ਨੂੰ ਗੱਲ ਕਰਦੇ ਜੀ ਇਹਨਾਂ ਨੂੰ 6 ਅੱਖਰਾਂ ਨੂੰ ਕਿਉਂ ਲੋੜ ਪਈ। ਕਹਿੰਦੇ ਪੰਜਾਬ ਵਿੱਚ ਬਹੁਤ ਸਾਰੀ ਸ਼ਬਦਾਵਲੀ ਅਜਿਹੀ ਹੈ ਜਿਸ ਦਾ ਮੂਲ ਸਰੋਤ ਅਰਬੀ ਫਾਰਸੀ ਹੈ, ਉਸ ਨੂੰ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਅਪਣਾਇਆ ਗਿਆ, ਪਰ ਗੁਰਮੁਖੀ ਵਿੱਚ ਅਜਿਹੀ ਲਿਪੀ ਚਿੰਨ੍ਹ ਨਹੀਂ ਸਨ ਜੋ ਅਰਬੀ ਫਾਰਸੀ ਦੇ ਉਚਾਰਨ 'ਚ ਹੂ ਪੇਸ਼ ਕਰ ਸਕਣ। ਇਸ ਲਈ ਪਹਿਲਾਂ ਤੋਂ ਹੀ ਮੌਜੂਦ ਵਰਨਾਂ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਫਾਰਸੀ ਉਚਾਰਨ ਦਾ ਬਰਕਰਾਰ ਰੱਖਿਆ ਗਿਆ, ਜਿਵੇਂ ਖਰਗੋਸ਼, ਗਲਤ, ਗਜ਼ਲ, ਖੁਸ਼ਬੂ, ਜਹਾਜ਼ ਆਦਿ। ਕਹਿੰਦੇ ਇੱਥੇ ਵੀ ਧਿਆਨ ਦੇਣ ਯੋਗ ਨੁਕਤਾ ਹੈ ਕਿ ਜੇਕਰ ਇਹਨਾਂ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਸ਼ਬਦਾਂ ਦੇ ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ। ਜਿਵੇਂ ਦੇਖੋ ਹੁਣ ਜੇ ਸੱਸੇ ਦੇ ਪੈਰ 'ਚ ਬਿੰਦੀ ਨਾ ਲਾਈ ਤਾਂ ਆਪਾਂ ਬੋਲਾਂਗੇ ਸੀਰ, ਸੀਰ ਦਾ ਮਤਲਬ ਅਰਥ ਬਦਲ ਜਾਣੇ ਇੱਥੇ, ਮਤਲਬ ਤੁਹਾਨੂੰ ਪਤਾ ਵਜਨ ਸੀਰ ਵੱਟਾ ਹੁੰਦਾ ਜੀ ਇੱਕ ਨਾ ਜੀ। ਸ਼ੇਰ, ਸੱਸੇ ਦੇ ਪੈਰ 'ਚ ਬਿੰਦੀ ਬਣ ਗਿਆ, ਸ਼ੇਰ ਮਤਲਬ ਇੱਕ ਜਾਨਵਰ ਦਾ ਨਾਮ ਬਣ ਗਿਆ। ਇਸ ਤੋਂ ਤੁਹਾਡੇ ਸਾਹਮਣੇ ਐਗਜ਼ਾਮਪਲਾਂ ਇੱਕ ਨੂੰ ਪੜ੍ਹ ਕੇ ਦੇਖੋ ਧਿਆਨ ਨਾਲ। ਠੀਕ ਹੈ ਜੀ, ਮਤਲਬ ਇਹ ਫਰਕ ਪੈਂਦਾ, ਤਾਂ ਅੱਖਰਾਂ ਦੀ ਲੋੜ ਪਈ ਸੀ ਆਪਾਂ ਨੂੰ ਫਾਰਸੀ ਦੀ। ਦੂਜੇ ਵਰਨਾਂ ਦੇ ਪੈਰ 'ਤੇ ਪੈਣ ਵਾਲੇ ਵਰਨ ਤੁਹਾਨੂੰ ਪਤਾ ਹੀ ਹਾ ਹਾ ਅਤੇ ਰਾਹ ਹੈ, ਅੱਗੇ ਵਾਵਾ ਵੀ ਹੁੰਦਾ ਸੀ, ਉਹਨੂੰ ਵਾਵੇ ਨੂੰ ਛੱਡਤਾ, ਜਿਵੇਂ ਸਵੈ ਜੀਵਨੀ ਪਾਉਂਦੇ ਹੁੰਦੇ ਸੀ ਆਪਾਂ ਹੈ ਨਾ, ਸਵੈ ਨਾਮਕਰਨ ਇਸ ਤਰ੍ਹਾਂ, ਮਤਲਬ ਉਹਨੂੰ ਛੱਡਤਾ, ਹੁਣ ਵਾਵੇ ਨੂੰ ਪਾਉਣਾ, ਅਤੇ ਅਲੋਪ ਹੋ ਗਿਆ ਵਾਵਾ, ਹਾ ਹਾ ਅਤੇ ਰਾਹ ਹੀ ਰਹਿ ਗਏ। ਠੀਕ ਹੈ ਜੀ, ਇਹਨਾਂ ਤੁਸੀਂ ਉਦਾਹਰਨਾਂ ਦੇਖ ਸਕਦੇ ਹੋ। ਇਸ ਦੀ ਵਰਤੋਂ ਸ਼ਬਦ ਦੇ ਅਰਥ ਦੇ ਆਧਾਰ 'ਤੇ ਵੀ ਕੀਤੀ ਜਾਂਦੀ ਹੈ ਜੀ। ਠੀਕ ਹੈ ਜੀ, ਹਾਂਜੀ ਆਪਾਂ ਹੁਣ ਲਗਾ ਮਾਤਰਾ ਦੀ ਗੱਲ ਕੱਲ੍ਹ ਨੂੰ ਕਰਾਂਗੇ। ਠੀਕ ਹੈ ਜੀ, ਤੁਸੀਂ ਮਤਲਬ ਇਸ ਚੀਜ਼ ਨੂੰ ਲਿਪੀ ਬਾਰੇ ਅੱਜ ਪੜ੍ਹਿਆ ਆਪਾਂ, ਅਤੇ ਵਰਨ ਵੰਡ ਦਾ ਇੱਕ ਟੇਬਲ ਬਾਰੇ ਆਪਾਂ ਗੱਲ ਕੀਤੀ। ਠੀਕ ਹੈ, ਇਹਨੂੰ ਯਾਦ ਕਰ ਲਿਓ। ਅਤੇ ਲਗਾ ਮਾਤਰਾ ਤੋਂ ਕੱਲ੍ਹ ਕਰਾਂਗੇ, ਲਗਾ ਮਾਤਰਾਵਾਂ, ਲਗਾ ਅੱਖਰ। ਠੀਕ ਹੈ ਜੀ, 2 ਅੱਖਰਾਂ ਬਾਰੇ ਆਪਾਂ ਕੱਲ੍ਹ ਪੜ੍ਹਾਂਗੇ। ਚਲੋ ਠੀਕ ਹੈ ਜੀ, ਕੁਛ ਕੱਲ੍ਹ ਤੋਂ ਬੋਲਿਆ ਗਿਆ ਮੈਨੂੰ ਜਾਣ ਸਮਝ ਕੇ ਖਿਮਾ ਕਰਿਓ ਜੀ। ਧੰਨਵਾਦ ਤੁਹਾਡਾ।